ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਅੱਜ ਦੀ ਵੀਡੀਓ ਵਿੱਚ ਪੰਜਾਬੀ ਪੈਡਾਗੋਜੀ ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ। ਪੰਜਾਬੀ ਪੈਡਾਗੋਜੀ ਦੇ ਪ੍ਰਸ਼ਨਾਂ ਵਾਲੀ ਤੀਜੀ ਕਲਾਸ ਹੈਗੀ ਆ। ਇਸ ਵੀਡੀਓ ਨੂੰ ਅਸੀਂ ਪੀਐਸ ਟੈਟ ਦੀ ਪ੍ਰੀਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਬਣਾ ਰਹੇ ਹਾਂ। ਪੇਪਰ 1 ਅਤੇ ਪੇਪਰ 2 ਦੀ ਤਿਆਰੀ ਕਰ ਰਹੇ ਸਟੂਡੈਂਟਸ ਇਹਨਾਂ ਵੀਡੀਓ ਨੂੰ ਦੇਖ ਸਕਦੇ ਨੇ ਅਤੇ ਸਮਝ ਸਕਦੇ ਨੇ। ਸੈਸ਼ਨ ਦੇ ਐਂਡ ਤੇ ਮੈਂ ਇਸ ਸੈਸ਼ਨ ਦੀ ਪੀਡੀਐਫ ਨੂੰ ਆਪਣੇ ਟੈਲੀਗ੍ਰਾਮ ਚੈਨਲ ਤੇ ਵੀ ਸੈਂਡ ਕਰ ਦਊਂਗਾ, ਸੋ ਆਪਣੇ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਦਿਓ। ਜਿਹੜੇ ਸਾਥੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਪ੍ਰੈਸ ਕਰ ਦਿਓ। ਸੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਆਪਣੇ ਕੁਐਸਚਨਸ ਦੀ। ਪਹਿਲਾ ਜਿਹੜਾ ਪ੍ਰਸ਼ਨ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ, ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਅਸੀਂ 29 ਪ੍ਰਸ਼ਨ ਡਿਸਕਸ ਕੀਤੇ ਹੋਏ ਆ ਤੇ ਅੱਜ ਦੀ ਵੀਡੀਓ ਵਿੱਚ ਆਪਾਂ 16 ਪ੍ਰਸ਼ਨ ਡਿਸਕਸ ਕਰਾਂਗੇ। ਲਾਸਟ ਤੇ ਤੁਸੀਂ ਮੈਨੂੰ ਇਹ ਜ਼ਰੂਰ ਦੱਸਿਓ ਤੁਹਾਡੇ ਇੱਥੇ 16 ਵਿੱਚੋਂ ਨੰਬਰ ਕਿੰਨੇ ਬਣੇ ਨੇ। ਸੋ ਪਹਿਲਾ ਜਿਹੜਾ ਪ੍ਰਸ਼ਨ ਹੈਗਾ ਜੀ, ਭਾਸ਼ਾ ਸਿੱਖਿਆ ਵਿੱਚ ਮੁਲਾਂਕਣ ਤੋਂ ਕੀ ਭਾਵ ਹੈ। ਜਦੋਂ ਆਪਾਂ ਬੱਚਿਆਂ ਦਾ ਮੁਲਾਂਕਣ ਕਰਦੇ ਹੈਗੇ ਆ ਤੇ ਭਾਸ਼ਾ ਸਿੱਖਿਆ ਦੀ ਗੱਲ ਕਰ ਰਹੇ ਹਾਂ, ਲੈਂਗੁਏਜ ਲਰਨਿੰਗ ਦੀ ਗੱਲ ਕਰ ਰਹੇ ਹਾਂ, ਲੈਂਗੁਏਜ ਐਜੂਕੇਸ਼ਨ ਦੀ ਗੱਲ ਕਰ ਰਹੇ ਹਾਂ। ਸੋ ਇਹਦੇ ਵਿੱਚ ਭਾਸ਼ਾ ਸਿੱਖਿਆ ਵਿੱਚ ਜਿਹੜਾ ਮੁਲਾਂਕਣ ਹੈਗਾ ਜੀ, ਉਹਦਾ ਕੀ ਭਾਵ ਹੈ, ਇਹਦਾ ਤੁਸੀਂ ਜਵਾਬ ਦੇਣਾ ਆ। ਪਹਿਲੀ ਆਪਸ਼ਨ ਵਿੱਚ ਲਿਖਿਆ ਹੋਇਆ ਪ੍ਰੀਖਿਆ, ਦੂਸਰੀ ਆਪਸ਼ਨ ਵਿੱਚ ਹੈ ਦਰਜਾਬੰਦੀ, ਤੀਸਰੀ ਆਪਸ਼ਨ ਹੈ ਪ੍ਰਾਪਤੀ, ਚੌਥੀ ਆਪਸ਼ਨ ਹੈ ਭਾਸ਼ਾ ਪ੍ਰਾਪਤੀ। ਸੋ ਭਾਸ਼ਾ ਸਿੱਖਿਆ ਵਿੱਚ ਜਿਹੜਾ ਮੁਲਾਂਕਣ ਹੈਗਾ ਜੀ, ਇਸ ਤੋਂ ਭਾਵ ਹੈਗਾ ਜੀ ਭਾਸ਼ਾ ਪ੍ਰਾਪਤੀ। ਜੇਕਰ ਪ੍ਰੀਖਿਆ ਦੀ ਗੱਲ ਕਰਦੇ ਹਾਂ, ਮੁਲਾਂਕਣ ਬੱਚਿਆਂ ਦਾ ਤੁਸੀਂ ਕਰ ਰਹੇ ਹੋ ਤੇ ਪ੍ਰੀਖਿਆ ਤੁਸੀਂ ਲੈ ਰਹੇ ਹੋ ਤੇ ਉਹ ਪ੍ਰੋਪਰ ਨਹੀਂ ਕਰ ਪਾਓਗੇ ਕਿਉਂਕਿ ਇਹ ਇੱਕ ਨੈਰੋ ਕਨਸੈਪਟ ਹੈ। ਸੋ ਭਾਸ਼ਾ ਸਿੱਖਿਆ ਵਿੱਚ ਮੁਲਾਂਕਣ ਤੋਂ ਭਾਵ ਹੈਗਾ ਜੀ ਬੱਚੇ ਦੀ ਭਾਸ਼ਾ ਪ੍ਰਾਪਤੀ ਤੋਂ। ਸੋ ਆਪਸ਼ਨ ਨੰਬਰ ਜਿਹੜਾ ਡੀ ਜਵਾਬ ਹੋਏਗਾ ਜੀ, ਇਹ ਤੁਹਾਡਾ ਜਵਾਬ ਸਹੀ ਹੋਣਾ ਆ। ਸੋ ਚੱਲਦੇ ਹਾਂ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ, ਲੈਂਗੁਏਜ ਐਕੁਆਜੀਸ਼ਨ ਡਿਵਾਈਸ ਦੀ ਗੱਲ ਕੀਤੀ ਜਾ ਰਹੀ ਹੈ ਕਿ ਭਾਸ਼ਾ ਗ੍ਰਹਿਣ ਉਪਕਰਨ ਨਾਮ ਦਾ ਇਹਨਾਂ ਨੇ ਇੱਕ ਵਰਡ ਦਿੱਤਾ ਆ ਕਿ ਇਹ ਵਿਚਾਰ ਕਿਹੜੇ ਵਿਦਵਾਨ ਨੇ ਦਿੱਤਾ ਸੀਗਾ, ਕਿਹੜੇ ਸਾਈਕੋਲੋਜਿਸਟ ਨੇ ਦਿੱਤਾ ਸੀਗਾ, ਕਿਹੜੇ ਮਨੋਵਿਗਿਆਨੀ ਦੁਆਰਾ ਜਿਹੜਾ ਭਾਸ਼ਾ ਗ੍ਰਹਿਣ ਉਪਕਰਨ ਜਿਹੜੀ ਟਰਮ ਹੈਗੀ ਆ ਜੀ ਉਹ ਦਿੱਤੀ ਗਈ ਸੀ। ਇੰਗਲਿਸ਼ ਵਿੱਚ ਤੁਸੀਂ ਇਹਨੂੰ LAD ਕਹਿੰਦੇ ਹੋ। ਕੀ ਕਹਿੰਦੇ ਹੋ ਜੀ? LAD। ਐਲ ਤੋਂ ਬਣ ਗਿਆ ਜੀ ਲੈਂਗੁਏਜ, ਏ ਤੋਂ ਬਣ ਗਿਆ ਜੀ ਐਕੁਆਜੀਸ਼ਨ, ਡੀ ਤੋਂ ਬਣ ਗਿਆ ਜੀ ਡਿਵਾਈਸ। ਇਸ ਦੇ ਅਕੋਰਡਿੰਗ ਜਿਹੜੇ ਬੱਚੇ ਜਨਮ ਲੈਂਦੇ ਆ, ਨਵੇਂ ਬੱਚੇ ਜਿਨ੍ਹਾਂ ਨੇ ਜਨਮ ਲਿਆ, ਉਹਨਾਂ ਦੇ ਅੰਦਰ ਪਹਿਲਾਂ ਤੋਂ ਹੀ ਇੱਕ ਡਿਵਾਈਸ ਹੁੰਦਾ ਆ ਜਾਂ ਫਿਰ ਕਹਿ ਲਓ ਕੁਝ ਆਈਨੇਟ ਐਬਿਲਿਟੀਜ਼ ਹੁੰਦੀਆਂ ਨੇ। ਉਸ ਆਈਨੇਟ ਐਬਿਲਿਟੀਜ਼ ਦੇ ਅਕੋਰਡਿੰਗ ਜਿਹੜਾ ਬੱਚਾ ਹੈਗਾ ਜੀ ਉਹ ਭਾਸ਼ਾ ਨੂੰ ਸਿੱਖਦਾ ਆ। ਸੋ ਇਹ ਜਿਹੜੀ ਗੱਲ ਹੈਗੀ ਆ ਜੀ, ਉਹ ਕਿਹਦੇ ਦੁਆਰਾ ਕਹੀ ਗਈ ਸੀ? ਕੀ ਇਹ ਗੱਲ ਚੌਮਸਕੀ ਨੇ ਕਹੀ ਸੀ ਜਾਂ ਫਿਰ ਇਹ ਗੱਲ ਕਹੀ ਗਈ ਸੀਗੀ ਪਿਆਜੇ ਦੁਆਰਾ, ਜਾਂ ਫਿਰ ਆਪਸ਼ਨ ਨੰਬਰ ਸੀ ਵਾਈਗੋਟਸਕੀ ਜਾਂ ਫਿਰ ਸੋਸ਼ੀਓਰ। ਇਹ ਗੱਲ ਕਹੀ ਗਈ ਸੀਗੀ ਜੀ ਚੌਮਸਕੀ ਦੁਆਰਾ, ਜਿਨ੍ਹਾਂ ਦਾ ਨਾਮ ਨੋਮ ਚੌਮਸਕੀ ਹੈਗਾ ਆ। ਉਹਨਾਂ ਨੇ ਹੀ LAD ਦੀ ਗੱਲ ਕੀਤੀ ਹੈ। ਅੰਗਰੇਜ਼ੀ ਪੈਡਾਗੋਜੀ ਦੀ ਥਿਊਰੀ ਵਾਲੀ ਕਲਾਸ ਵਿੱਚ ਹੀ ਮੈਂ ਇਹ ਕਨਸੈਪਟ ਸਮਝਾਇਆ ਸੀਗਾ। ਸੋ ਦੇਖੋ ਤੁਸੀਂ ਇੰਗਲਿਸ਼ ਪੈਡਾਗੋਜੀ ਦੀਆਂ ਕਲਾਸਿਸ ਦੇ ਵੀ ਕੁਝ ਕਨਸੈਪਟ ਤੁਹਾਨੂੰ ਪੰਜਾਬੀ ਪੈਡਾਗੋਜੀ ਵਿੱਚ ਕੰਮ ਆਉਣਗੇ। ਸੋ ਇਸ ਕਰਕੇ ਕੋਈ ਵੀ ਕਲਾਸ ਮਿਸ ਨਾ ਕਰਿਆ ਕਰੋ। ਸੋ ਆਪਸ਼ਨ ਨੰਬਰ ਏ ਜਵਾਬ ਤੁਹਾਡਾ ਸਹੀ ਹੋਏਗਾ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਆ, ਬੱਚਾ ਭਾਸ਼ਾ ਦਾ ਵਾਚਨ ਸਿੱਖਣ ਸਮੇਂ ਸਭ ਤੋਂ ਪਹਿਲਾਂ ਕੀ ਸਿੱਖਦਾ ਹੈ। ਬੱਚੇ ਦੀ ਗੱਲ ਕੀਤੀ ਜਾ ਰਹੀ ਹੈ, ਭਾਸ਼ਾ ਦੀ ਰੀਡਿੰਗ ਦੀ ਗੱਲ ਕੀਤੀ ਜਾ ਰਹੀ ਹੈ। ਸੋ ਸਭ ਤੋਂ ਪਹਿਲਾਂ ਕੀ ਸਿੱਖੇਗਾ? ਮੌਨ ਪਾਠ ਸਿੱਖੇਗਾ, ਜਿਹਨੂੰ ਤੁਸੀਂ ਸਾਇਲੈਂਟ ਰੀਡਿੰਗ ਕਹਿੰਦੇ ਹੋ। ਉੱਚੀ ਪਾਠ ਸਿੱਖੇਗਾ, ਜਿਹਨੂੰ ਤੁਸੀਂ ਲਾਊਡ ਰੀਡਿੰਗ ਕਹਿੰਦੇ ਹੋ। ਵਿਅਕਤੀਗਤ ਪਾਠ ਇੰਡੀਵਿਜੂਅਲ ਲੈਸਨ ਜਾਂ ਫਿਰ ਸਾਮੂਹਿਕ ਪਾਠ ਕਰੇਗਾ, ਵੀ ਸਾਰੇ ਬੱਚੇ ਰਲ ਕੇ ਰੀਡਿੰਗ ਕਰਨਗੇ। ਸੋ ਦੱਸੋ ਇਹਦਾ ਜਿਹੜਾ ਜਵਾਬ ਹੈਗਾ ਜੀ ਕੀ ਹੋਏਗਾ? ਸੋ ਸਭ ਤੋਂ ਪਹਿਲਾਂ ਭਾਸ਼ਾ ਦਾ ਵਾਚਨ ਸਿੱਖਣ ਸਮੇਂ ਸਭ ਤੋਂ ਬੱਚਾ ਜਿਹੜਾ ਪਹਿਲਾਂ ਸਿੱਖੇਗਾ ਜੀ, ਉਹ ਸਿੱਖੇਗਾ ਜੀ ਉੱਚੀ ਪਾਠ, ਲਾਊਡ ਰੀਡਿੰਗ ਸਿੱਖੇਗਾ। ਉਸ ਤੋਂ ਬਾਅਦ ਮੌਨ ਪਾਠ ਜਾਂ ਫਿਰ ਹੋਰ ਜਿਹੜੀਆਂ ਚੀਜ਼ਾਂ ਆਉਣਗੀਆਂ ਜੀ। ਸੋ ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਹੁਣ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਪ੍ਰਾਥਮਿਕ ਪੱਧਰ ਤੇ ਤੁਸੀਂ ਕਿਸ ਤਰ੍ਹਾਂ ਦਾ ਬਾਲ ਸਾਹਿਤ ਉਚਿਤ ਸਮਝਦੇ ਹੋ? ਤੁਹਾਨੂੰ ਕੀ ਲੱਗਦਾ ਆ ਪ੍ਰਾਥਮਿਕ ਪੱਧਰ ਤੇ ਤੁਸੀਂ ਕਿਸ ਤਰ੍ਹਾਂ ਦਾ ਜਿਹੜਾ ਬਾਲ ਸਾਹਿਤ ਹੈਗਾ ਜੀ, ਚਾਈਲਡ ਲਿਟਰੇਚਰ ਹੈਗਾ ਜੀ, ਉਹਨੂੰ ਤੁਸੀਂ ਵਧੀਆ ਸਮਝਦੇ ਹੋ? ਕੇਵਲ ਕਹਾਣੀਆਂ, ਕੇਵਲ ਕਵਿਤਾਵਾਂ, ਜਾਂ ਫਿਰ ਆਪਸ਼ਨ ਨੰਬਰ ਸੀ ਅਜਿਹਾ ਸਾਹਿਤ ਜਿਸ ਵਿੱਚ ਸ਼ਬਦਾਂ ਦੇ ਘਟਨਾਵਾਂ ਨੂੰ ਦੁਹਰਾਇਆ ਗਿਆ ਹੋਵੇ, ਜਾਂ ਫਿਰ ਆਪਸ਼ਨ ਨੰਬਰ ਡੀ ਕੋਈ ਨਹੀਂ। ਸੋ ਇੱਥੇ ਜਿਨ੍ਹਾਂ ਦੇ ਲੱਗਿਆ ਹੋਇਆ ਕੇਵਲ, ਕੇਵਲ ਵਾਲੇ ਜਵਾਬ ਨੂੰ ਅਸੀਂ ਐਲੀਮੀਨੇਟ ਕਰ ਦੇਵਾਂਗੇ। ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾਓਗੇ ਸਹੀ ਕਿ ਪ੍ਰਾਥਮਿਕ ਪੱਧਰ ਦੇ ਉੱਤੇ ਅਸੀਂ ਕਿਸ ਤਰ੍ਹਾਂ ਦਾ ਬਾਲ ਸਾਹਿਤ ਉਚਿਤ ਸਮਝਦੇ ਹਾਂ, ਜਿੱਥੇ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਜਾਂ ਫਿਰ ਜਿਹੜੇ ਸ਼ਬਦ ਹੁੰਦੇ ਨੇ ਜੀ, ਉਹਨਾਂ ਨੂੰ ਬਾਰ-ਬਾਰ ਦੁਹਰਾਇਆ ਗਿਆ ਹੋਵੇ। ਕਿਉਂਕਿ ਛੋਟੇ ਬੱਚੇ ਇੱਕ ਚੀਜ਼ ਨੂੰ ਪੜ੍ਹਨ ਤੋਂ ਬਾਅਦ ਕਿਤੇ ਨਾ ਕਿਤੇ ਭੁੱਲ ਜਾਂਦੇ ਆ। ਸੋ ਜੇਕਰ ਘਟਨਾਵਾਂ ਨੂੰ ਦੁਹਰਾਇਆ ਜਾਊਗਾ ਤੇ ਬੱਚਿਆਂ ਨੂੰ ਸਾਰੀਆਂ ਚੀਜ਼ਾਂ ਸਮਝ ਆਉਣਗੀਆਂ ਕਿ ਪਹਿਲਾਂ ਵੀ ਇਹਦੀ ਗੱਲ ਕੀਤੀ ਗਈ ਸੀ ਕਿ ਦੁਬਾਰਾ ਇਹਦੀ ਗੱਲ ਕੀਤੀ ਜਾ ਰਹੀ ਹੈ। ਸੋ ਆਪਸ਼ਨ ਨੰਬਰ ਸੀ ਜਵਾਬ ਤੁਹਾਡਾ ਸਹੀ ਹੋਏਗਾ। ਹੁਣ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਹੇਠ ਲਿਖਿਆਂ ਵਿੱਚ ਤੁਸੀਂ ਸ਼ੁੱਧ ਸ਼ਬਦ ਜੋੜ ਜਿਹੜਾ ਹੈਗਾ ਜੀ ਉਹ ਤੁਸੀਂ ਚੁਣਨਾ ਆ। ਵੀਡੀਓ ਨੂੰ ਪੌਜ਼ ਕਰੋ, ਸਹੀ ਜਵਾਬ ਦਿਓ। ਮੈਂ ਹੁਣ ਸਹੀ ਜਵਾਬ ਦੀ ਗੱਲ ਕਰਾਂ ਤਾਂ ਇੱਥੇ ਜਿਹੜਾ ਤੁਹਾਡਾ ਸਹੀ ਸ਼ਬਦ ਬਣੂਗਾ, ਸਹੀ ਸ਼ਬਦ ਜਿਹੜਾ ਬਣੇਗਾ ਜੀ, ਸਹੀ ਸ਼ਬਦ ਜੋੜ ਇਹ ਬਣੇਗਾ ਜੀ ਦੁੱਧ। ਇਹ ਆਪਸ਼ਨ ਨੰਬਰ ਡੀ ਜਵਾਬ ਤੁਸੀਂ ਦੇਖ ਸਕਦੇ ਹੋ ਸਹੀ ਹੈ। ਅੱਗੇ ਚੱਲਦੇ ਹਾਂ। ਅਗਲਾ ਪ੍ਰਸ਼ਨ ਹੈਗਾ ਜੀ, ਕਿਰਿਆ ਵਿਸ਼ੇਸ਼ਣ ਤੁਹਾਡੇ ਤੋਂ ਪੁੱਛਿਆ ਜਾ ਰਿਹਾ।
ਕਿਰਿਆ ਵਿਸ਼ੇਸ਼ਣ ਕੀ ਹੈ ਜੀ? ਪੀਂਦਾ ਹੈ, ਤੇਜ਼ ਤੁਰੋ, ਜਾਣਾ ਹੈ ਜਾਂ ਫਿਰ ਆਓ ਜੀ। ਸਹੀ ਜਵਾਬ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਜੀ ਉਹ ਹੋਏਗਾ ਜੀ ਆਪਸ਼ਨ ਨੰਬਰ ਬੀ, ਤੇਜ਼ ਤੁਰੋ ਇਸ ਦਾ ਰਾਈਟ ਆਂਸਰ। ਇਸ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ, ਇਹੀ ਤੁਹਾਡਾ ਹੈਗਾ ਜੀ ਕਿਰਿਆ ਵਿਸ਼ੇਸ਼ਣ। ਅੱਗੇ ਵੇਖੋ, ਇੱਥੇ ਤੁਹਾਡੇ ਤੋਂ ਤਾਕਤ ਵਰਡ ਜਿਹੜਾ ਹੈਗਾ ਜੀ, ਤਾਕਤ ਸ਼ਬਦ ਦਾ ਵਿਸ਼ੇਸ਼ਣ ਪੁੱਛਿਆ ਜਾ ਰਿਹਾ ਕਿ ਇਹਦਾ ਜਿਹੜਾ ਵਿਸ਼ੇਸ਼ਣ ਹੈ ਤਾਕਤਵਰ ਹੈ, ਤਾਕਤੀ ਹੈ, ਤਾਕਤ ਹੈ ਜਾਂ ਫਿਰ ਖਤਰਨਾਕ ਹੈ। ਸਹੀ ਜਵਾਬ ਹੈਗਾ ਜੀ ਤੁਹਾਡਾ ਆਪਸ਼ਨ ਨੰਬਰ ਏ, ਤਾਕਤਵਰ। ਆਪਸ਼ਨ ਨੰਬਰ ਏ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਹੁਣ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਤਾਕਤਵਰ ਨੂੰ ਟਿਕ ਲਗਾਉਣ ਤੋਂ ਬਾਅਦ ਹੁਣ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ, ਪਿੰਡ ਦੇ ਚੁਫੇਰੇ ਦੀ ਸੜਕ ਨੂੰ ਕਿਹਾ ਕੀ ਜਾਂਦਾ ਆ ਕਿ ਇਹਨੂੰ ਬੈਗ ਕਹਿੰਦੇ ਹੋ, ਚੁਰਾਹਾ ਕਹਿੰਦੇ ਹੋ, ਗਿਰਦੌਰੀ ਕਹਿੰਦੇ ਹੋ ਜਾਂ ਫਿਰ ਫਿਰਨੀ ਕਹਿੰਦੇ ਹੋ। ਪਿੰਡ ਦੇ ਚੁਫੇਰੇ ਦੀ ਸੜਕ ਨੂੰ ਅਸੀਂ ਕਹਿੰਦੇ ਹਾਂ ਜੀ, ਸਹੀ ਜਵਾਬ ਮੈਂ ਦੱਸਣ ਜਾ ਰਿਹਾ ਫਿਰਨੀ। ਆਪਸ਼ਨ ਨੰਬਰ ਡੀ ਜਵਾਬ ਤੇ ਤੁਸੀਂ ਲਗਾ ਦਿਓ ਟਿਕ। ਹੁਣ ਵੇਖਦੇ ਹਾਂ ਅਗਲੇ ਪ੍ਰਸ਼ਨ ਨੂੰ। ਵਾਸਤੇ ਪਾਉਣਾ ਦਾ ਅਰਥ ਕੀ ਹੈਗਾ ਜੀ? ਵਾਸਤੇ ਪਾਉਣਾ ਦਾ ਕੀ ਮਤਲਬ? ਦੋਸ਼ ਲਾਉਣਾ ਹੁੰਦਾ ਹੈ ਜਾਂ ਫਿਰ ਤੰਗ ਕਰਨਾ ਹੁੰਦਾ ਹੈ ਜਾਂ ਫਿਰ ਮਿੰਨਤਾਂ ਕਰਨੀਆਂ ਹੁੰਦੀਆਂ ਹਨ ਜਾਂ ਫਿਰ ਧੋਖਾ ਦੇਣਾ ਹੁੰਦਾ ਹੈ। ਸੋ ਵਾਸਤੇ ਪਾਉਣਾ ਜਿਹੜਾ ਸ਼ਬਦ ਹੈਗਾ ਆ, ਇਹਦਾ ਮਤਲਬ ਹੁੰਦਾ ਹੈ ਜੀ ਮਿੰਨਤਾਂ ਕਰਨੀਆਂ। ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਅਗਲਾ ਪ੍ਰਸ਼ਨ ਦੇਖੋ, ਅਖਾਣ ਪੂਰੀ ਕਰੋ। ਇੱਕ ਕਰੇਲਾ ਦੂਜਾ ਕੇਲਾ ਜਾਂ ਫਿਰ ਦੂਜਾ ਆਲੂ। ਇੱਕ ਕਰੇਲਾ ਦੂਜਾ ਕੱਦੂ ਕਰਨਾ ਜਾਂ ਫਿਰ ਇੱਕ ਕਰੇਲਾ ਦੂਜਾ ਨਿੰਮ ਚੜਿਆ। ਸੋ ਆਪਸ਼ਨ ਨੰਬਰ ਇੱਥੇ ਜਿਹੜਾ ਤੁਹਾਡਾ ਡੀ ਜਵਾਬ ਹੈਗਾ ਜੀ ਉਹ ਸਹੀ ਜਵਾਬ ਹੈਗਾ ਕਿ ਇੱਕ ਕਰੇਲਾ ਦੂਜਾ ਨਿੰਮ ਚੜਿਆ। ਅਗਲੇ ਪ੍ਰਸ਼ਨ ਨੂੰ ਦੇਖ ਲੈਂਦੇ ਆ ਜੀ। ਕਾਸ਼ ਮੇਰੇ ਕੋਲ ਬੰਗਲਾ ਹੁੰਦਾ। ਇਹ ਕਿਹੜੀ ਕਿਸਮ ਦਾ ਵਿਸਮਿਕ ਹੈਗਾ ਜੀ? ਕਿ ਇਹ ਸੰਬੋਧਨੀ ਹੈ, ਪ੍ਰਸ਼ੰਸਾਵਾਚਕ ਹੈ, ਸੂਚਨਾਵਾਚਕ ਹੈ ਜਾਂ ਫਿਰ ਇੱਛਾਵਾਚਕ ਹੈ? ਕਾਸ਼ ਮੇਰੇ ਕੋਲ ਬੰਗਲਾ ਹੁੰਦਾ, ਸਹੀ ਜਵਾਬ ਤੁਹਾਡਾ ਬਣੇਗਾ ਜੀ ਇੱਛਾਵਾਚਕ। ਆਪਸ਼ਨ ਨੰਬਰ ਡੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਅਗਲਾ ਪ੍ਰਸ਼ਨ ਦੇਖੋ, ਮੈਂ ਸ਼ਬਦ ਦਾ ਬਹੁਵਚਨ ਚੁਣਨਾ ਹੈ ਤੁਸੀਂ। ਕਿ ਇਹਦਾ ਮੈਵਾ ਹੋਵੇਗਾ, ਅਸੀਂ ਹੋਵੇਗਾ, ਮੇਰਾ ਜਾਂ ਫਿਰ ਕੋਈ ਨਹੀਂ। ਸਹੀ ਜਵਾਬ ਦੀ ਗੱਲ ਕਰਦੇ ਹਾਂ, ਮੈਂ ਦਾ ਜਿਹੜਾ ਬਹੁਵਚਨ ਜਾਂ ਫਿਰ ਪਲੂਰਲ ਉਹ ਬਣੇਗਾ ਜੀ ਅਸੀਂ। ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਅਗਲਾ ਪ੍ਰਸ਼ਨ ਦੇਖ ਲੈਂਦੇ ਹਾਂ। ਅਧੀਨ ਯੋਜਕ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਜੀ? ਇਹਦੇ ਬਾਰੇ ਤੁਸੀਂ ਦੱਸਣਾ ਆ। ਅਧੀਨ ਯੋਜਕ ਕੀ 3 ਤਰ੍ਹਾਂ ਦੇ ਹੁੰਦੇ ਆ ਜਾਂ ਫਿਰ 5 ਤਰ੍ਹਾਂ ਦੇ ਹੁੰਦੇ ਆ, 2 ਤਰ੍ਹਾਂ ਦੇ ਹੁੰਦੇ ਆ ਜਾਂ ਫਿਰ 7 ਤਰ੍ਹਾਂ ਦੇ ਹੁੰਦੇ ਆ? ਸੋ ਅਧੀਨ ਯੋਜਕ ਦੀ ਗੱਲ ਕਰਦੇ ਆ। ਅਧੀਨ ਯੋਜਕ ਜਿਹੜੇ ਹੁੰਦੇ ਨੇ ਜੀ ਇਹ 7 ਤਰ੍ਹਾਂ ਦੇ ਦੇਖਣ ਨੂੰ ਮਿਲਦੇ ਆ। ਆਪਸ਼ਨ ਨੰਬਰ ਡੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਤੇ ਚੱਲਦੇ ਆ ਅਗਲੇ ਪ੍ਰਸ਼ਨ ਦੇ ਉੱਤੇ। ਮੁਲਾਂਕਣ ਤੇ ਪ੍ਰੀਖਿਆ, ਇਹਦੇ ਬਾਰੇ ਤੁਸੀਂ ਦੱਸਣਾ ਆ। ਮੁਲਾਂਕਣ ਤੇ ਪ੍ਰੀਖਿਆ ਬਾਰੇ ਤੁਸੀਂ ਦੱਸਣਾ ਆ। ਵਿੱਚ ਕੋਈ ਅੰਤਰ ਨਹੀਂ ਹੈ। ਮੁਲਾਂਕਣ ਪ੍ਰੀਖਿਆ ਤੋਂ ਵਧੇਰੇ ਵਿਆਪਕ ਤੇ ਵਿਸ਼ਾਲ ਹੈ ਜਾਂ ਫਿਰ ਆਪਸ਼ਨ ਨੰਬਰ ਸੀ ਪ੍ਰੀਖਿਆ ਵਿੱਚ ਹੀ ਮੁਲਾਂਕਣ ਹੁੰਦਾ ਹੈ ਜਾਂ ਫਿਰ ਆਪਸ਼ਨ ਨੰਬਰ ਡੀ ਬੱਚੇ ਜਿਹੜੇ ਹੁੰਦੇ ਨੇ ਵੱਡੇ ਬੱਚਿਆਂ ਦਾ ਮੁਲਾਂਕਣ ਤੇ ਛੋਟਿਆਂ ਦੀਆਂ ਪ੍ਰੀਖਿਆ ਹੁੰਦੀ ਹੈ। ਸੋ ਸਹੀ ਜਵਾਬ ਦੀ ਗੱਲ ਕਰਦੇ ਹਾਂ। ਮੁਲਾਂਕਣ ਇਵੈਲੂਏਸ਼ਨ ਵਗੈਰਾ ਕਹਿ ਸਕਦੇ ਹੋ, ਅਸੈਸਮੈਂਟ ਕਹਿ ਸਕਦੇ ਹੋ। ਸੋ ਇਹਦੇ ਵਿੱਚ ਆਪਾਂ ਕੀ ਕਹਿੰਦੇ ਆ ਜੀ, ਜਿਹੜੀ ਪ੍ਰੀਖਿਆ ਹੁੰਦੀ ਹੈ ਨਾ ਇਹ ਮੁਲਾਂਕਣ ਦਾ ਇੱਕ ਹਿੱਸਾ ਹੁੰਦੀ ਹੈ, ਇੱਕ ਪਾਰਟ ਹੁੰਦੀ ਹੈ। ਸੋ ਆਪਸ਼ਨ ਨੰਬਰ ਜਿਹੜਾ ਬੀ ਜਵਾਬ ਹੈਗਾ ਨਾ ਇਹ ਤੁਹਾਡਾ ਜਵਾਬ ਸਹੀ ਹੈ। ਇਹਨਾਂ ਵਿੱਚ ਕੋਈ ਅੰਤਰ ਨਹੀਂ ਹੈ। ਵੇਖੋ ਇਹ ਤਾਂ ਗੱਲ ਗਲਤ ਹੈ ਕੀ ਹੈ, ਮਤਲਬ ਅੰਤਰ ਤਾਂ ਨਹੀਂ ਬਟ ਇੱਕ ਦੂਜੇ ਦਾ ਪਾਰਟ ਹੁੰਦੇ ਆ। ਸੋ ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਕਿ ਮੁਲਾਂਕਣ ਪ੍ਰੀਖਿਆ ਤੋਂ ਵਧੇਰੇ ਵਿਆਪਕ ਤੇ ਵਿਸ਼ਾਲ ਹੈ। ਪ੍ਰੀਖਿਆ ਵਿੱਚ ਤੁਸੀਂ ਸਿਰਫ ਇੱਕ ਰਿਟਨ ਐਗਜ਼ਾਮ ਲੈ ਰਹੇ ਹੋ ਅਕੈਡਮਿਕਸ ਦੇ ਲਈ, ਬਟ ਮੁਲਾਂਕਣ ਦੇ ਵਿੱਚ ਤੁਸੀਂ ਹੋਰ ਵੀ ਕਾਫੀ ਸਾਰੇ ਐਸਪੈਕਟ ਨੂੰ ਐਡ ਕਰਦੇ ਹੋ। ਸੋ ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਚੱਲਦੇ ਹਾਂ ਸੈਕੰਡ ਲਾਸਟ ਪ੍ਰਸ਼ਨ ਦੇ ਉੱਤੇ। ਵਰਣਾ ਹੇਠ ਬਿੰਦੀ ਵਾਲੇ ਜਿਹੜੇ ਵਰਨਾਂ ਦੀ ਜਿਹੜੀ ਗਿਣਤੀ ਹੈਗੀ ਜੀ ਤੁਸੀਂ ਉਹ ਦੱਸਣੀ ਹੈ। ਵੈਸੇ ਪੰਜਾਬੀ ਦੀ ਨਾ ਮੈਂ ਕਲਾਸ ਲਈ ਸੀਗੀ ਥਿਊਰੀ ਵਾਲੀ, 2-3 ਕਲਾਸਾਂ ਸ਼ਾਇਦ ਲਈਆਂ ਹੋਣਗੀਆਂ। ਉਹਦੇ ਵਿੱਚ ਨਾ ਆਪਾਂ ਵੀ ਇਹਨਾਂ ਚੀਜ਼ਾਂ ਬਾਰੇ ਵੀ ਦੱਸਿਆ ਸੀਗਾ ਵੀ ਕਿੰਨੇ ਵਰਨਾਂ ਹੇਠ ਬਿੰਦੀ ਲੱਗਦੀ ਹੈ। ਸੋ ਇਹਦਾ ਸਹੀ ਜਵਾਬ ਕੀ ਹੋਊਗਾ? 6, 5, 41 ਜਾਂ ਫਿਰ 3। ਸਹੀ ਜਵਾਬ ਬਣੇਗਾ ਜੀ 6ਵਾਂ, ਮਤਲਬ ਕਿ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਚੱਲਦੇ ਹਾਂ ਅੱਜ ਦੇ ਲਾਸਟ ਪ੍ਰਸ਼ਨ ਦੇ ਉੱਤੇ। ਗੁਰਮੁਖੀ ਦੇ ਲਗਾ ਅੱਖਰ ਚੁਣੋ। ਬਿੰਦੀ, ਟਿੱਪੀ, ਅੱਧਕ ਤੇ ਅੱਧਕ, ਸਵਰ ਤੇ ਵਿਅੰਜਨ ਜਾਂ ਫਿਰ ਸਾਰੇ ਹੀ। ਗੁਰਮੁਖੀ ਦੇ ਲਗਾ ਅੱਖਰ ਜਿਹੜੇ ਹੁੰਦੇ ਨੇ ਜੀ ਬਿੰਦੀ, ਟਿੱਪੀ ਤੇ ਅੱਧਕ ਨੇ। ਸੋ ਆਪਸ਼ਨ ਨੰਬਰ ਏ ਜਵਾਬ ਤੁਹਾਡਾ ਸਹੀ ਹੈ। ਤੇ ਹੁਣ ਮੈਨੂੰ ਦੱਸੋ ਤੁਹਾਡੇ ਇੱਥੇ 16 ਵਿੱਚੋਂ ਕਿੰਨੇ ਨੰਬਰ ਬਣੇ ਨੇ? ਇਹ ਜ਼ਰੂਰ ਕਮੈਂਟ ਕਰਿਓ। ਤੇ ਦੋਸਤੋ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਆਪਣਾ ਜਿਹੜਾ ਟੈਲੀਗ੍ਰਾਮ ਚੈਨਲ ਹੈਗਾ ਜੀ ਉੱਥੇ ਅਪਡੇਟਸ ਆਪਾਂ ਭੇਜਦੇ ਰਹਿੰਦੇ ਆ। ਬਾਕੀ ਆਪਣਾ YouTube ਚੈਨਲ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਸ ਵੀਡੀਓ ਦੇ ਥੱਲੇ ਕਮੈਂਟ ਕਰ ਦਿਓ, ਸੈਸ਼ਨ ਨੂੰ ਲਾਈਕ ਕਰ ਦਿਓ। ਸੈਸ਼ਨ ਦੀ PDF ਨੂੰ ਪ੍ਰਾਪਤ ਕਰਨ ਦੇ ਲਈ ਆਪਣਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ। ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।